ਇਹ ਹੁਣ ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਪਰਮੇਸ਼ਰ ਦਾ ਸਰੂਪ ਕੀ ਹੈ। ਮਹਾਰਾਜ ਨੇ ਪਰਮਾਤਮਾ ਦੇ ਵਾਸਤੇ ਇਸੇ ਸ਼ਬਦ ਗੁਰਬਾਣੀ ਵਿੱਚ ਵਰਤੇ, ਜਿਵੇਂ ਅਲਖ। ਅਲਖ ਦਾ ਲੱਖ ਨਾਮ ਹੁੰਦਾ ਹੈ ਜਾਣਨੇ ਦਾ। ਜਿਵੇਂ ਕਹੀਏ ਲੱਖ ਲਿਆ, ਜਾਣ ਲਿਆ। ਆੜਾ ਲਾਤਾ ਅਲਖ, ਭਾਵ ਕਿ ਕੋਈ ਇਹ ਨਹੀਂ ਕਹਿ ਸਕਦਾ ਮੈਂ ਬ੍ਰਹਮ ਨੂੰ ਪੂਰਨ ਜਾਣ ਲਿਆ। ਉਹ ਜਾਣਨੇ ਤੋਂ ਰਹਿਤ ਹੈ। ਪਰਮਾਤਮਾ ਅਲਖ ਗੁਰੂ ਦੁਆਰਾ ਜਾਣਿਆ ਜਾਂਦਾ ਹੈ। ਜਾਣ ਕੇ ਵੀ ਇਹ ਜਾਣਿਆ ਜਾਂਦਾ ਹੈ ਕਿ ਉਹ ਪਰਮਾਤਮਾ ਬੇਅੰਤ ਹੈ। ਅਲਖ ਅਪਾਰ, ਪਾਰ ਹੁੰਦਾ ਜਿਹਦਾ ਕੋਈ ਹੱਦ ਆਪਾਂ ਕਹਿੰਦੇ ਆ ਕਿ ਆਹ ਗੱਲ ਦਾ ਤਾਂ ਹੁਣ ਪਾਰ ਪਾ ਲਿਆ। ਪਰਮੇਸ਼ਰ ਦਾ ਪਾਰ ਨਹੀਂ ਪਾਇਆ ਜਾ ਸਕਦਾ, ਉਹ ਅਪਾਰ ਹੈ। ਫਿਰ ਵਾਹਿਗੁਰੂ ਜੀ ਨੂੰ ਅਗੰਮ ਕਿਹਾ। ਗਮ ਨਾਮ ਗਮਤਾ ਦਾ ਹੁੰਦਾ ਹੈ, ਗਮ ਨਾਮ ਪਹੁੰਚਦਾ ਹੈ। ਜਿਵੇਂ ਸਾਡੇ ਮਨ ਦੀ ਗਮਤਾ ਹੈ, ਮਨ ਪਹੁੰਚ ਗਿਆ, ਮਨ ਨੇ ਕਿੰਨਾ ਕੁਝ ਵਿਚਾਰ ਲਿਆ ਤੇ ਇਹ ਮਨ ਦੀ ਪਹੁੰਚ ਹੋ ਗਈ। ਲੇਕਿਨ ਪ੍ਰਮਾਤਮਾ ਜਿਹੜਾ ਹੈ ਉਹ ਭਾਈ ਸਾਡੇ ਮਨ ਦੀ ਪਹੁੰਚ ਤੋਂ ਵੀ ਉੱਪਰ ਹੈ। ਮਨ ਕਿੱਥੇ ਤੱਕ ਪਹੁੰਚੇਗਾ? ਮਨ ਦੀ ਦੇਖੋ ਰਫ਼ਤਾਰ ਕਿੰਨੀ ਹੈ। ਮਨ ਕਿੰਨਾ ਕੁਝ ਯਾਦ ਕਰ ਲੈਂਦਾ ਹੈ। ਮਨ ਦੇ ਵਿੱਚ ਆਪਾਂ ਕਈ ਜਾਣ ਲੈ ਵੀ ਮਨ ਮੇਰੇ ਯਾਦ ਆ ਗਿਆ, ਆਹ ਗੱਲ ਐ ਹੋਈ। ਮਨ ਵਿੱਚ ਕਿੰਨਾ ਕੁਛ ਹੈ। ਸਾਡੇ ਘੁੰਮ ਫਿਰਦੇ ਹਾਂ ਜਿੱਥੇ ਮਨ ਵਿੱਚ, ਮਨ ਦੀ ਪਹੁੰਚ ਬਹੁਤ ਹੈ। ਮਨ ਤਾਂ ਪਲਕ ਪਲਕ ਹੋਰ ਹੈ। ਕਿੰਨੀ ਇਹਦੀ ਸਪੀਡ ਹੈ। ਬੈਠਾ ਬੈਠਾ ਅੱਖ ਦੇ ਫੁਰਨੇ ਵਿੱਚ ਹਜ਼ਾਰਾਂ ਮੀਲ ਦੂਰ ਚਲਿਆ ਜਾਂਦਾ। ਪਰ ਉਹ ਪਰਮਾਤਮਾ ਤੱਕ ਮਨ ਦੀ ਜਿਹੜੀ ਗਮਤਾ ਹੈ ਕਿ ਮਨ ਦੀ ਪਹੁੰਚ ਤੋਂ ਵੀ ਉੱਪਰ ਹੈ। ਮਨ ਉਸ ਪਰਮਾਤਮਾ ਦਾ ਜਸ ਕਰਦਾ ਕਰਦਾ ਅੰਤ ਨਹੀਂ ਪਾ ਸਕਦਾ। ਇਸ ਕਰਕੇ ਅਗੰਮ ਕਿਹਾ। ਫਿਰ ਜਿੰਨੇ ਸ਼ਾਸਤਰ ਧਰਮ ਗ੍ਰੰਥ ਹੈ ਵਾਹਿਗੁਰੂ ਦਾ ਜਸ ਕਰਦੇ ਹੈ, ਪਰ ਜਸ ਕਰਕੇ ਨਹੀਂ ਕਹਿੰਦੇ ਕਿ ਅਸੀਂ ਜੋ ਇਸ ਗ੍ਰੰਥ ਵਿੱਚ ਜਸ ਕਹਿਤਾ ਇੰਨਾ ਹੀ ਹੈ। ਇਹ ਧਰਮ ਸ਼ਾਸਤਰਾਂ ਦੀ ਗਮਤਾ ਤੋਂ ਵੀ ਉੱਪਰ ਹੈ। ਫਿਰ ਅੱਗੇ ਸ਼ਬਦ ਆ ਜਾਂਦਾ ਹੈ ਅਗੋਚਰ। ਅਗੋਚਰ, ਗੋਚਰ ਨਾਮ ਹੈ ਕਿ ਜਿਹੜੀ ਚੀਜ਼ ਆਪਾਂ ਆਹ ਤਾਂ ਮੇਰੇ ਗੋਚਰੇ ਹੈ, ਭਾਵ ਇਹਦਾ ਤਾਂ ਮੈਨੂੰ ਪਤਾ ਹੈ। ਕੋਈ ਚੀਜ਼ ਦੇ ਬਾਰੇ ਅਸੀਂ ਸੁਣ ਕੇ ਪੂਰਨ ਗਿਆਨ ਲੈ ਲੈਂਦੇ ਹਾਂ। ਕੋਈ ਚੀਜ਼ ਸਾਡੇ ਹੱਥਾਂ ਦੀ ਪਕੜ ਵਿੱਚ ਆ ਗਈ, ਉਹ ਸਾਡੇ ਹੱਥਾਂ ਦੇ ਗੋਚਰੇ ਹੋ ਗਈ। ਕਿਸੇ ਤੱਕ ਅਸੀਂ ਪੈਰਾਂ ਨਾਲ ਤੁਰ ਕੇ ਪਹੁੰਚ ਗਏ, ਉਹ ਸਾਡੇ ਪੈਰ ਗੋਚਰੇ ਹੋ ਗਿਆ। ਤੇ ਇੰਨਾ ਰਸਤਾ ਤਾਂ ਮੈਂ ਰੋਜ਼ ਤੁਰ ਕੇ ਲੰਘਾ ਦਿੰਦਾ, ਇਹ ਤਾਂ ਮੇਰੇ ਗੋਚਰੇ ਹੈ। 5 ਕਰਮ ਇੰਦਰੇ ਨੇ, 5 ਗਿਆਨ ਇੰਦਰੇ ਹੈ। ਤੇ ਜਾਂ ਕਹੀਏ ਇੱਥੇ ਤੱਕ ਮੇਰੀ ਨਿਗਾਹ ਜਾਂਦੀ ਹੈ, ਇੰਨੀ ਚੀਜ਼ ਤਾਂ ਮੇਰੇ ਅੱਖਾਂ ਦੇ ਗੋਚਰੇ ਹੈ। ਇੰਨੀ ਦੂਰੋਂ ਮੈਂ ਆਵਾਜ਼ ਸੁਣ ਲੈਂਦਾ ਹਾਂ, ਤੇ ਕੋਈ ਮੈਂ ਸਪਰਸ਼ ਕਰਕੇ ਕੋਈ ਦੱਸ ਦਿੰਦਾ, ਕੋਈ ਰਸਨਾ ਨਾਲ ਹੀ ਪਤਾ ਲੱਗ ਗਿਆ। ਇਹ ਸਾਰਾ ਕੁਝ ਗੋਚਰ ਹੋ ਗਿਆ ਸਾਡੇ ਇੰਦਰੀਆਂ ਦੇ। 10 ਇੰਦਰੇ ਹੋ ਗਏ, 5 ਕਰਮ, 5 ਗਿਆਨ। ਪਰਮਾਤਮਾ ਨੂੰ ਮਹਾਰਾਜ ਕਹਿੰਦੇ ਅਗੋਚਰ ਹੈ ਕਿ ਸਾਡੇ ਇੰਦਰੀਆਂ ਦਾ ਉਹ ਵਿਸ਼ਾ ਨਹੀਂ ਹੈ। ਵਿਸ਼ਾ ਕਹਿ ਦਿੰਦੇ ਆ ਕਿ ਇੰਦਰੀਆਂ ਦੀ ਪਕੜ ਤੋਂ ਵੀ ਉੱਪਰ ਹੈ। ਜੇ ਹੱਥਾਂ ਦੀ ਪਕੜ 'ਚ ਆ ਗਿਆ ਫਿਰ ਤਾਂ ਸਾਡੇ ਇੰਦਰਾ ਹੱਥ ਵੱਡੇ ਹੋ ਗਏ, ਰੱਬ ਛੋਟਾ ਹੋ ਗਿਆ। ਇਸ ਕਰਕੇ ਉਸ ਪਰਮਾਤਮਾ ਨੂੰ ਅਗੋਚਰ ਕਿਹਾ ਕਿ ਇੰਦਰੀਆਂ ਦੀ ਪਕੜ ਵਿੱਚ ਨਹੀਂ। ਫਿਰ ਮਹਾਰਾਜ ਕਹਿੰਦੇ ਜੋ ਪਰਮੇਸ਼ਰ ਹੈ ਦੇਖੋ ਭਾਈ, ਉਹਦੇ ਤੇ ਕਾਲ ਨਹੀਂ ਲਾਗੂ ਹੈ। ਜਿਵੇਂ ਸੰਸਾਰ ਹੈ ਨਾ, ਸਭ ਕੁਝ ਕਾਲ ਦੇ ਵਿੱਚ ਬਣਿਆ, ਸਮੇਂ 'ਚ ਬਣਿਆ। ਜਿੰਨਾ ਵੀ ਕੁਝ ਹੈ ਇਹਦੇ ਬਣਨ ਦਾ ਸਮਾਂ ਨਿਯਤ ਕੋਈ ਹੈ। ਤੇ ਜਿਹੜੀ ਚੀਜ਼ ਸਮੇਂ 'ਚ ਬਣੀ ਹੈ ਇੱਕ ਦਿਨ ਸਮੇਂ ਵਿੱਚ ਉਹ ਨਸ਼ਟ ਵੀ ਹੋਵੇਗੀ, ਨਾਸ਼ ਵੀ ਹੋਵੇਗੀ। ਲੇਕਿਨ ਜੋ ਸਮੇਂ 'ਚ ਬਣਿਆ ਹੀ ਨਹੀਂ ਹੈ ਉਹ ਸਮੇਂ 'ਚ ਨਸ਼ਟ ਕੀ ਹੋਣਾ? ਪਰਮਾਤਮਾ ਸਮੇਂ ਤੋਂ ਵੀ ਉੱਪਰ ਹੈ। ਕਾਲ, ਮੌਤ
ਸਮਾਂ ਉਹਦੇ ਤੇ ਲਾਗੂ ਨਹੀਂ, ਕਿਉਂਕਿ ਉਹਨੇ ਤੇ ਸਮੇਂ ਨੂੰ ਬਣਾਇਆ ਹੈ। ਇਸ ਕਰਕੇ ਉਹ ਕਾਲ ਤੋਂ ਅਧੀਨ ਹੈ। ਮਹਾਰਾਜ ਨੇ ਅਕਾਲ ਕਹਿਤਾ। ਫਿਰ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਕਿਹਾ, ਅਲਖ ਅਪਾਰ ਅਗੰਮ ਅਗੋਚਰ, ਨਾ ਤਿਸ ਕਾਲ ਨਾ ਕਰਮਾ। ਉਹਦੇ ਤੇ ਕੋਈ ਕਰਮਾਂ ਦਾ ਵੀ ਲੇਖ ਨਹੀਂ ਹੈ, ਭਾਵ ਕਿਸੇ ਵੀ ਕਰਮ ਵਿੱਚ ਨਹੀਂ ਬੱਝਿਆ ਹੋਇਆ। ਜਿਵੇਂ ਆਪਾਂ ਕਰਮ ਫਲ ਹੈ ਨਾ, ਚੰਗਾ ਕਰਦੇ ਹਾਂ ਚੰਗਾ ਫਲ, ਮੰਦਾ ਕਰਾਂਗੇ ਮੰਦਾ ਫਲ। ਪਾਪ ਔਰ ਪੁੰਨ ਪਰਮੇਸ਼ਰ ਤੇ ਲਾਗੂ ਨਹੀਂ ਹੁੰਦੇ, ਤੇ ਨਾ ਕੋਈ ਉਹਨੂੰ ਨਿੱਤ, ਨਾ ਨਿਮਿਤ, ਨਾ ਪ੍ਰਸ਼ਚਿਤ, ਕਿਸੇ ਕਰਮ ਦੀ ਜ਼ਰੂਰਤ ਨਹੀਂ ਹੈ। ਉਹਦੇ ਤੇ ਕੋਈ ਕਰਮ ਨਹੀਂ। ਨਿੱਤ ਕਰਮ ਜਿਵੇਂ ਰੋਜ਼ ਕਰਨਾ ਹੈ ਕੋਈ ਕਰਮ, ਇਹਨੂੰ ਨਿੱਤ ਕਰਮ ਕਹਿੰਦੇ ਆ। ਮਹਾਰਾਜ ਨੇ ਕਿਹਾ ਨਿਤਨੇਮ, ਨਿੱਤ ਕਰਮ, ਨਿੱਤ ਆਉਣਾ ਗੁਰੂ ਮਹਾਰਾਜ ਦੇ ਦਰਸ਼ਨ ਕਰਨੇ, ਨਿੱਤ ਕਰਮ ਹੋ ਗਿਆ। ਕੋਈ ਧਰਮ ਕਰਮ ਆਪਾਂ ਨਿੱਤ ਕਰਦੇ ਹਾਂ, ਨਿਤਨੇਮ ਕਰਨਾ, ਇਹ ਨਿੱਤ ਦਾ ਕਰਮ ਹੈ। ਇੱਕ ਹੁੰਦਾ ਨਿਮਿਤ। ਨਿਮਿਤ ਹੁੰਦਾ ਕੋਈ ਵਿਸ਼ੇਸ਼ ਕਰਮ, ਜਿਵੇਂ ਹੁਣ ਆਪਾਂ ਕਰਦੇ ਹਾਂ ਕੋਈ ਖੁਸ਼ੀ ਨਾਵੇਂ ਕੋਈ ਪਾਠ ਪ੍ਰਕਾਸ਼ ਕਰਾਉਣੇ ਆ, ਕੋਈ ਵਿਆਹ ਸ਼ਾਦੀ ਹੈ, ਤਾਂ ਕੋਈ ਵੀ ਇਸ ਤਰ੍ਹਾਂ ਦਾ ਕੋਈ ਬੱਚੇ ਦਾ ਜਨਮ ਹੋਇਆ, ਜਾਂ ਹੋਰ ਕੋਈ ਜਿਵੇਂ ਕੋਈ ਵਿਦੇਸ਼ਾਂ ਤੋਂ ਪਰਿਵਾਰ ਆਏ, ਆ ਕੇ ਪਾਠ ਪੂਜਾ ਕਿਸੇ ਨਿਮਿਤ ਕਾ ਹੋਇਆ, ਉਹਦਾ ਕੋਈ ਕਾਰਨ ਬਣਿਆ, ਫਿਰ ਉਹ ਕਰਮ ਹੋਇਆ। ਉਹਨੂੰ ਨਿਮਿਤ, ਜਾਂ ਕੋਈ ਚੜ੍ਹਾਈ ਕਰ ਜਾਂਦਾ ਫਿਰ ਕਰਾਉਂਦੀ, ਇਹ ਨਿਮਿਤ ਕਰਮ ਹੈ। ਕਿਸੇ ਨਿਮਿਤ, ਕਿਸੇ ਕਾਰਨ ਕਰਕੇ ਕੋਈ ਧਰਮ ਕਰਮ ਕੀਤਾ ਗਿਆ, ਉਹਨੂੰ ਨਿਮਿਤ ਕਰਮ ਕਹਿੰਦੇ ਆ। ਫਿਰ ਇੱਕ ਹੁੰਦਾ ਪ੍ਰਸ਼ਚਿਤ ਕਰਮ। ਪ੍ਰਸ਼ਚਿਤ ਹੁੰਦਾ ਕੋਈ ਭੁੱਲ ਹੋ ਗਈ ਸਾਤੋਂ, ਤਾਂ ਉਸ ਭੁੱਲ ਨੂੰ ਬਖਸ਼ਾਉਣ ਵਾਸਤੇ ਕੋਈ ਧਰਮ ਕਰਮ ਕਰਨਾ। ਆਪਾਂ ਕਹੇ ਮੇਰੇ ਤੋਂ ਭੁੱਲ ਹੋ ਗਈ, ਤਾਂ ਭਾਈ ਫਿਰ ਇਉਂ ਕਰ, ਮਹਾਰਾਜ ਅੱਗੇ ਅਰਦਾਸ ਕਰਾਓ ਜਾਂ ਪਾਠ ਕਰਾਓ, ਜਾਂ ਕਿ ਉਹ ਭੁੱਲ ਬਖਸ਼ੀ ਜਾਵੇ, ਉਹਨੂੰ ਪ੍ਰਸ਼ਚਿਤ ਕਰਮ ਕਹਿੰਦੇ ਆ। ਜਾਂ ਕੋਈ ਭੁੱਲ ਹੋ ਗਈ, ਲੈ ਇਹਦੇ ਨਿਮਿਤ ਹੁਣ ਇੰਨੀ ਸੇਵਾ ਕਰ ਲੈ, ਆਹ ਕੁਛ ਕਰ ਲੈ, ਜਿੰਨਾ ਵੀ ਕੋਈ ਹੈ ਪ੍ਰਸ਼ਚਿਤ ਕਰਮ ਹੈ। ਫਿਰ ਇਹ ਤੋਂ ਬਿਨਾਂ ਹੋਰ ਵੀ ਕਰਮ ਨੇ, ਜਿਵੇਂ ਕਾਮਕ ਕਰਮ ਹੈ। ਕਿਸੇ ਕਾਮਨਾ ਨੂੰ ਲੈ ਕੇ ਕਰਮ ਕਰਨਾ, ਕਾਮਨਾ ਪੂਰੀ ਹੋ ਗਈ, ਖਾਟ ਗਏ, ਉਹਨੂੰ ਕਾਮਕ ਕਰਮ ਕਹਿੰਦੇ ਆ। ਫਿਰ ਗੁਰਮੁਖੋਂ ਨਿਖਿੱਧ ਕਰਮ ਵੀ ਨੇ। ਨਿਖਿੱਧ ਕਰਮ ਨੇ ਜਿਹੜੇ ਦੁਨੀਆ ਵਿੱਚ ਨਿਖਿੱਧਤਾ ਵਾਲੇ ਲੋਕ ਕਰਦੇ ਨੇ। ਕਿੰਨੇ ਕਰਮ ਹੈ ਕਿ ਜੀਵਨ ਵਿੱਚ ਉਹਦਾ ਫਾਇਦਾ ਕੋਈ ਨਹੀਂ, ਫਿਰ ਵੀ ਕਰੀ ਜਾਂਦਾ, ਨਸ਼ੇ ਵਰਤਦਾ, ਤਾਂ ਉਹਦਾ ਭਾਵ ਹੈ ਕਿ ਨਿਖਿੱਧ ਕਰਮ ਹੈ। ਪਤਾ ਉਹਨੂੰ ਵੀ ਹੈ ਕਿ ਨਾ ਤਾਂ ਹੁਣ ਇਹ ਮੇਰੇ ਲਈ ਚੰਗਾ ਹੈ, ਨਾ ਸਮਾਜ ਲਈ ਚੰਗਾ ਹੈ, ਪਰ ਫਿਰ ਵੀ ਕਹੋ ਕਰਮ ਕਰੀ ਜਾਂਦਾ ਹੈ। ਕੋਈ ਹੋਰ ਵਿਸ਼ੇ ਵਿਕਾਰ ਜੂਆ ਵਗੈਰਾ, ਇਹ ਨਿਖਿੱਧ ਕਰਮ। ਹੋਰ ਕਿੰਨੇ। ਫਿਰ ਸੰਚਿਤ ਹੈ, ਉਹ ਕਰਮ ਕਰੀ ਗਿਆ, ਕਰੀ ਜਾਂਦੇ ਆ, ਤੇ ਇੱਕ ਜਗ੍ਹਾ ਅੰਤਸ਼ਕਰਨ ਦੇ ਵਿੱਚ ਇਕੱਠੇ ਹੋਈ ਜਾਂਦੇ ਨੇ। ਜਿਹੜੇ ਇਕੱਠੇ ਹੋਏ ਪਏ ਆ, ਜਿਵੇਂ ਆਪਣੇ ਕੋਲੇ ਕੁਛ ਵਸਤੂ ਸਾਂਭੀ ਪਈ ਹੈ, ਉਹਨੂੰ ਸੰਚਿਤ ਕਹਿੰਦੇ ਆ। ਪਏ ਨੇ ਜੋੜੇ ਇਕੱਠੇ ਹੋਏ। ਫਿਰ ਕਿਰੇਮਾਨ ਕਰਮ ਉਹੀ ਹੈ। ਫਿਰ ਉਹ ਕਰਮ ਕਿਰੇਮਾਨ ਹੋ ਜਾਂਦਾ ਹੈ ਜਦੋਂ ਕੋਈ ਕਰਮ ਆਪਣੀ ਕਿਰਿਆ ਕਰਨੀ ਸ਼ੁਰੂ ਕਰ ਦੇਵੇ, ਭਾਵ ਕਿ ਕਰਮ ਉਹਦਾ ਸਮਾਂ ਆ ਗਿਆ, ਹੁਣ ਉਹਨੇ ਫਲ ਦੇਣਾ ਸ਼ੁਰੂ ਕਰਤਾ। ਆਪਾਂ ਨੂੰ ਕੋਈ ਦੁੱਖ ਹੈ ਚਾਹੇ ਸੁੱਖ ਹੈ, ਉਹ ਮਿਲਦਾ, ਆਪਾਂ ਕਹਿੰਦੇ ਹਾਂ ਕੋਈ ਕਰਮ ਦਾ ਮਿਲ ਰਿਹਾ, ਉਹ ਆਪਦਾ ਫਲ ਦੇ ਰਿਹਾ ਹੈ। ਪਰਾਲਬਧ, ਉਹ ਜਿਹੜਾ ਫਲ ਹੈ ਉਹਨੂੰ ਪਰਾਲਬਧ ਕਰਮ ਕਿਹਾ। ਕੋਈ ਆਪਾਂ ਨੂੰ ਦੁੱਖ ਆਵੇਗਾ, ਕੋਈ ਕਰਮ ਕੀਤਾ ਹੋ ਪਿਛਲਾ, ਉਹਦਾ ਦੁੱਖ ਮਿਲਿਆ, ਸੁੱਖ ਮਿਲਿਆ, ਫਿਰ ਵੀ ਕਹਿੰਦੇ ਆ ਕੋਈ ਕਰਮ ਕੀਤਾ, ਇਹਨੂੰ ਪਰਾਲਬਧ ਕਰਮ ਕਹਿੰਦੇ ਆ। ਗੁਰੂ ਸਾਹਿਬ ਕਹਿੰਦੇ ਅਕਾਲ ਪੁਰਖ ਪਰਮੇਸ਼ਰ ਭਾਈ ਇਉਂ ਕਰਮਾਂ ਤੋਂ ਵੀ ਉੱਪਰ ਹੈ, ਉਹਦੇ ਤੇ ਕੋਈ ਇਸ ਤਰ੍ਹਾਂ ਦੇ ਕਰਮ ਲਾਗੂ ਨਹੀਂ ਹੁੰਦੇ। ਫਿਰ ਉਹ ਅਕਾਲ ਪੁਰਖ ਪਰਮੇਸ਼ਰ ਦੀ ਮਹਾਰਾਜ ਕਹਿੰਦੇ ਜਾਤ ਅਜਾਤ ਅਜੋਨੀ ਸੰਭਾਉ, ਨਾ ਤਿਸ ਭਾਉ ਨਾ ਭਰਮਾ। ਉਹਦੀ ਕੋਈ ਜਾਤੀ ਨਹੀਂ ਹੈ ਕਿ ਉਹ ਖੱਤਰੀ ਜਾਤੀ ਦਾ ਹੈ ਕਿ ਬ੍ਰਾਹਮਣ ਜਾਤੀ ਦਾ ਹੈ, ਜਾਂ ਅਜਾਤਾਂ ਕੋਈ ਕਿ ਚੰਡਾਲ ਇਤਿਆਦਿਕ
ਇਸ ਤਰ੍ਹਾਂ ਦਾ ਵੀ ਉਹਦੀ ਕੋਈ ਨਾ ਜਾਤੀ ਹੈ ਨਾ ਅਜਾਤੀ, ਨਾ ਉੱਚੀ ਜਾਤ ਹੈ ਨਾ ਨੀਵੀਂ ਜਾਤ ਹੈ। ਅਜੂਨੀ, ਜੂਨਾਂ 'ਚ ਨਹੀਂ ਆਉਂਦਾ। ਕਿਸੇ ਮਾਤਾ ਪਿਤਾ ਰਾਹੀਂ ਉਹਨੇ ਕਿਤੇ ਜਨਮ ਲੈ ਲਿਆ, ਜੂਨ ਧਾਰ ਲਈ, ਇੱਕ ਧਾਰੀ ਦੂਜੀ ਧਾਰੀ, ਨਹੀਂ, ਇਸ ਤਰ੍ਹਾਂ ਨਹੀਂ ਹੈ। ਪਰਮੇਸ਼ਰ ਅਜੂਨੀ ਹੈ, ਜੂਨਾਂ 'ਚ ਨਹੀਂ ਆਉਂਦਾ। ਅਜੂਨੀ ਵੀ ਲਿਖਿਆ ਹੈ, ਜੋ ਆਪਾਂ ਅਜੂਨੀ ਸਹਿ ਭੰਗ ਪੜ੍ਹਦੇ। ਇੱਥੇ ਮਹਾਰਾਜ ਕਹਿੰਦੇ ਜਾਤ ਅਜਾਤ ਅਜੂਨੀ ਸੰਭਉ, 10ਵੀਂ ਦਿੱਤਾ ਸੰਭਉ ਸਹਿ ਭੰਗ। ਸੰਭਉ ਆਪਣੇ ਆਪੇ ਤੋਂ ਹੀ ਉਹਦਾ ਪ੍ਰਕਾਸ਼ ਹੋ ਗਿਆ। ਜਿਵੇਂ ਹੁਣ ਦੀਵਾ ਜਗਾਉਨੇ ਆ, ਉਹ ਤਾਂ ਜਗਾਏ ਤੋਂ ਜਗੂ ਨਾ, ਲੇਕਿਨ ਪ੍ਰਮਾਤਮਾ ਨੂੰ ਕਿਸੇ ਨੇ ਨਹੀਂ ਜਗਾਇਆ, ਉਹਦਾ ਆਪ ਹੀ ਪ੍ਰਕਾਸ਼ ਹੈ। ਕਿੱਥੋਂ ਹੋਇਆ? ਆਪਣੇ ਆਪੇ ਤੋਂ ਹੀ। ਜਿਹਦਾ ਹੁਣ ਆਪਣੇ ਆਪੇ ਤੋਂ ਪ੍ਰਕਾਸ਼ ਹੈ, ਉਹਨੂੰ ਕਿਸੇ ਦੀ ਮੁਥਾਜੀ ਥੋੜ੍ਹੀ। ਸੰਭਉ ਨਾ ਤਿਸ ਭਾਉ ਨਾ ਭਰਮਾ। ਮਹਾਰਾਜ ਕਹਿੰਦੇ ਨਾ ਉਹਦੇ ਅੰਦਰ ਕੋਈ ਭਾਉ ਰੂਪੀ ਮੋਹ ਹੈ ਕਿ ਕਿਸੇ ਚੀਜ਼ ਪ੍ਰਤੀ ਉਹਦਾ ਮੋਹ ਹੋਵੇ। ਜੇ ਤਾਂ ਮੋਹ ਹੈ ਫਿਰ ਉਹ ਗੁਰਮੁਖੋ ਲੈਤਾ ਕਿਵੇਂ ਕਰੇ ਸੰਸਾਰ ਵਿੱਚ। ਜਿੱਥੇ ਮੋਹ ਹੋਊਗਾ, ਜੇ ਹੁਣ ਮੋਹ ਪਾ ਲਿਆ ਉਹਨੇ ਕਿਸੇ ਨਾਲ ਤੇ ਜੀਵ ਔਗਣ ਕਰੇ ਤਾਂ ਉਹਦਾ ਮੋਹ ਹੈ, ਫਿਰ ਉਹ ਸਜ਼ਾ ਕਿਵੇਂ ਦੇਊ। ਇਸ ਕਰਕੇ ਉਹਦਾ ਕਰੂਰ ਰੂਪ ਵੀ ਹੈ, ਕਰੂਰ ਕਰਮ ਵੀ ਕਰਦਾ ਹੈ। ਕਰੂਰ ਕਰਮੇ 10ਵੇਂ ਪਾਤਸ਼ਾਹ ਜੀ ਨੇ ਇਸ ਕੋਈ ਭਾਵ ਭਾਵ ਕੇ ਕੋਈ ਵੀ ਭਾਈ ਉਸ ਦੇ ਅੰਦਰ ਕਿਸੇ ਪ੍ਰਤੀ ਮੋਹ ਨਹੀਂ ਹੈ, ਨਾ ਭਰਮਾ, ਨਾ ਕੋਈ ਉਹਦੇ ਨੂੰ ਸੰਸਾ ਹੈ ਕਿਸੇ ਗੱਲ ਦਾ, ਭਰਮ ਹੈ। ਤੇ ਐਸਾ ਪ੍ਰਮਾਤਮਾ ਜੋ ਜਿਹਦਾ ਕੋਈ ਚਿਹਨ ਵਰਨ ਨਹੀਂ। ਫਿਰ ਇਹ ਵੀ ਮਹਾਰਾਜ ਨੇ ਕਿਹਾ ਕਿ ਪ੍ਰਮਾਤਮਾ ਦਾ ਸਰੂਪ ਇਹ ਹੈ, ਨਾ ਉਹਦਾ ਕੋਈ ਮਾਂ ਹੈ, ਨਾ ਪਿਤਾ ਹੈ, ਨਾ ਉਹਦਾ ਪੁੱਤਰ ਹੈ, ਨਾ ਬੰਧਪ ਰਿਸ਼ਤੇਦਾਰ ਹੈ। ਉਹ ਸਾਰਿਆਂ ਦਾ ਮਾਤਾ ਪਿਤਾ ਹੈ, ਪਰ ਉਹਦਾ ਕੋਈ ਵਿਸ਼ੇਸ਼ ਮਾਂ ਬਾਪ ਨਹੀਂ। ਸਾਕਾਰ ਰੂਪ ਦੇ ਵਿੱਚ ਜਦੋਂ ਕੋਈ ਅਵਤਾਰ ਧਾਰਦਾ ਤਾਂ ਆਪਾਂ ਕਹਿੰਦੇ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਜਿਨ੍ਹਾਂ ਦੇ ਪਿਤਾ ਮਹਿਤਾ ਕਲਿਆਣ ਦਾਸ, ਮਾਤਾ ਤ੍ਰਿਪਤਾ ਹੈ। ਤੇ ਨਿਰਾਕਾਰ ਰੂਪ ਦੇ ਵਿੱਚ ਤਾਂ ਕੋਈ ਮਾਂ ਬਾਪ ਨਹੀਂ ਨਾ। ਨਿਰਾਕਾਰ ਰੂਪ ਵਿੱਚ ਤਾਂ ਮਹਿਤਾ ਕਲਿਆਣ ਦਾਸ ਦਾ ਵੀ ਪਿਤਾ ਹੈ, ਮਾਤਾ ਵੀ ਉਹੀ ਹੈ, ਮਾਤਾ ਤ੍ਰਿਪਤਾ ਦਾ ਵੀ ਮਾਤਾ ਪਿਤਾ ਉਹੀ ਹੈ। ਲੇਕਿਨ ਜਦੋਂ ਉਹਨੇ ਕੋਈ ਸਾਕਾਰ ਰੂਪ ਧਾਰਨਾ ਹੈ ਸੰਸਾਰ ਤੇ, ਤਾਂ ਉਹ ਫਿਰ ਇਸ ਤਰ੍ਹਾਂ ਮਨੁੱਖੀ ਖੇਡ ਦੁਆਰਾ ਸਾਕਾਰ ਰੂਪ ਧਾਰ ਲੈਂਦਾ ਹੈ। ਤੇ ਵਾਸਤਵ ਦੇ ਵਿੱਚ ਗੁਰੂ ਜੋ ਹੈ ਉਹ ਸਭ ਦਾ ਮਾਂ ਬਾਪ ਹੈ, ਗੁਰੂ ਦਾ ਕੋਈ ਮਾਤਾ ਪਿਤਾ ਨਹੀਂ। ਨਾ ਤਿਸ ਮਾਤ ਪਿਤਾ ਸੁਤ ਬੰਧਪ, ਕੋਈ ਪੁੱਤਰ ਨਹੀਂ ਹੈ। ਕਹਿਣ ਦਾ ਭਾਵ ਕਿ ਹੁਣ ਆਪਾਂ ਕਹਿੰਦੇ ਆਪਾਂ ਸਾਰੇ ਪਰਮੇਸ਼ਰ ਦੇ ਪੁੱਤਰ ਹਾਂ, ਏਕ ਪਿਤਾ ਏਕ ਸਕੇ ਹਮ ਬਾਰਕ। ਉਹ ਸਭ ਦਾ ਮਾਂ ਬਾਪ ਹੈ, ਅਸੀਂ ਉਹਦੇ ਹੀ ਪੁੱਤਰ ਹਾਂ। ਲੇਕਿਨ ਵਾਸਤਵ ਵਿੱਚ ਇਹ ਨਹੀਂ ਕਿ ਦੋ ਚੌਂ ਨੂੰ ਆਪਾਂ ਕਹਿ ਦਈਏ ਆਹੀ ਉਸ ਦੇ ਪੁੱਤਰ ਹੈ। ਸਾਕਾਰ ਰੂਪ ਵਿੱਚ ਆਪਾਂ ਕਹਿੰਦੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦੋ ਪੁੱਤਰ, ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ। ਲੇਕਿਨ ਨਿਰਾਕਾਰ ਰੂਪ ਵਿੱਚ ਤਾਂ ਸਭ ਦਾ ਹੀ ਪਿਤਾ ਹੈ ਨਾ, ਸਾਰੇ ਉਹਦੇ ਹੀ ਪੁੱਤਰ ਹੈ। ਵਿਸ਼ੇਸ਼ ਤੌਰ ਤੇ ਨਿਰਾਕਾਰ ਦੇ ਕੋਈ 1 2 4 ਪੁੱਤਰ ਨਹੀਂ। ਇਹ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸੰਕੇਤ ਵੀ ਦਿੱਤਾ। ਜਦੋਂ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਤਾਂ ਭਾਈ ਦਇਆ ਸਿੰਘ ਜੀ ਬੈਠੇ ਕੋਲੇ, ਮਹਾਰਾਜ ਕਹਿੰਦੇ ਕੀ ਸੋਚਦਾ? ਕਹਿੰਦੇ ਮਹਾਰਾਜ ਦੋਨੇ ਸਾਹਿਬਜ਼ਾਦਿਆਂ ਦੇ ਸਰੀਰ ਪਏ ਐ, ਮੈਂ ਚਾਹੁੰਦਾ ਦਸਤਾਰ ਦੇ 2 ਟੁਕੜੇ ਕਰਕੇ ਕਫਨ ਪਾ ਦਿਆਂ ਦੋਨਾਂ ਤੇ। ਮਹਾਰਾਜ ਕਹਿਣ ਲੱਗੇ ਮਹਾਰਾਜ ਤੁਹਾਡੇ ਪੁੱਤਰ ਹੈ। ਗੁਰੂ ਸਾਹਿਬ ਕਹਿੰਦੇ ਜਿਹੜੇ ਬਾਕੀ ਪਏ ਐ ਇਹ ਵੀ ਤੇ ਮੇਰੇ ਪੁੱਤਰ ਹੀ ਹੈ ਨਾ। ਭਾਵ ਦੱਸਤਾ ਕਿ ਇਹ ਸਾਕਾਰ ਰੂਪ ਦੇ ਵਿੱਚ ਕਿ 4 ਪੁੱਤਰ, ਲੇਕਿਨ ਮੈਂ ਨਿਰਾਕਾਰ ਹਾਂ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸਾਰੇ ਹੀ ਮੇਰੇ ਪੁੱਤਰ ਨੇ, ਮੇਰਾ ਵਾਸਤਵ ਸਰੂਪ ਨਿਰਾਕਾਰ ਬ੍ਰਹਮ ਹੈ। ਇਸ ਕਰਕੇ ਨਿਰਾਕਾਰ ਰੂਪ ਵਿੱਚ ਉਹਦਾ ਕੋਈ ਪੁੱਤਰ ਨਹੀਂ, ਬੰਧਪ ਕੋਈ ਰਿਸ਼ਤੇਦਾਰ ਨਹੀਂ ਹੈ ਕਿ ਆ ਉਹਦਾ ਭਾਈ ਆ, ਚਾਚਾ, ਤਾਇਆ, ਉਹ ਸਾਰਿਆਂ ਦਾ ਹੈ। ਨਾ ਤਿਸ ਕਾਮ ਨਾ ਨਾਰੀ, ਕੋਈ ਵਿਸ਼ੇਸ਼ ਰੂਪ ਦੇ ਵਿੱਚ ਉਹਦੀ ਇਸਤਰੀ ਨਹੀਂ ਹੈ, ਉਸ ਅੰਦਰ ਕਾਮ ਭਾਵਨਾ ਨਹੀਂ ਹੈ, ਇਹ ਫੁਰਨਾ ਨਹੀਂ ਹੈ। ਅਕਾਲ ਪੁਰਖ ਦੇ ਵਿੱਚ
ਇਹ ਉਸ ਦਾ ਸਰੂਪ ਲਿਖਿਆ ਕਿ ਕੁੱਲ ਨਿਰੰਜਨ ਅਪਰ ਪਰੰਪਰ ਸਗਲੀ ਜੋਤ ਤੁਮਾਰੀ। ਕੁੱਲਾਂ ਦੇ ਉਹਦੀ ਕੋਈ ਵਿਸ਼ੇਸ਼ ਕੁੱਲ ਨਹੀਂ ਹੈ। ਨਿਰੰਜਨ ਸ਼ੁੱਧ ਸਰੂਪ ਹੈ, ਪਵਿੱਤਰ ਸਰੂਪ ਹੈ। ਅਪਰ ਪਰੰਪਰ, ਉਰੇ ਤੋਂ ਪਰੇ ਸਾਰੇ ਉਹੀ ਹੈ, ਸਾਰੇ ਉਸ ਪ੍ਰਮਾਤਮਾ ਦੀ ਹੀ ਜੋਤੀ ਹੈ। ਤੇ ਉਹ ਬ੍ਰਹਮ ਨੇ ਸਾਰਿਆਂ ਦੇ ਅੰਦਰ ਆਪਣਾ ਆਪਾ ਲੁਕਾਇਆ ਹੋਇਆ ਹੈ, ਸਾਰਿਆਂ ਦੇ ਅੰਦਰ ਉਹਦੀ ਜੋਤ ਹੈ। ਘਟ ਘਟ ਅੰਤਰ ਬ੍ਰਹਮ ਲੁਕਾਇਆ, ਘਟ ਘਟ ਜੋਤ ਸਬਾਈ। ਫਿਰ ਸਾਨੂੰ ਦਰਸ਼ਨ ਕਿਉਂ ਨਹੀਂ ਹੁੰਦੇ? ਕਿਉਂਕਿ ਮਹਾਰਾਜ ਜੀ ਕਹਿੰਦੇ ਬੱਜਰ ਤਖਤ ਤੇ ਲੱਗੇ ਹੋਏ ਨੇ ਤੇ ਉਹਨਾਂ ਨੂੰ ਗੁਰਮੁਖੋ ਖੋਲਣਾ ਤਾਂ ਖੋਲਣ ਵਾਲਾ ਗੁਰੂ ਹੈ। ਕੁੰਜੀ ਸਤਿਗੁਰ ਦੇ ਹੱਥ ਹੈ। ਬੱਜਰ ਕਪਾਟ ਮੁਕਤੇ ਗੁਰਮਤੀ ਨਿਰਭੈ ਤਾੜੀ ਲਾਈ। ਗੁਰੂ ਸਾਹਿਬ ਦੇ ਚਰਨੀ ਲੱਗਾਂਗੇ ਤਾਂ ਫਿਰ ਕਿਰਪਾ ਹੁੰਦੀ ਹੈ। ਸਤਿਗੁਰ ਸੇਵ ਪਦਾਰਥ ਪਾਵੈ, ਛੂਟੈ ਸ਼ਬਦ ਕਮਾਈ। ਗੁਰ ਸ਼ਬਦ ਦੀ ਕਮਾਈ ਕਰਾਂਗੇ, ਐਸੇ ਅਕਾਲ ਪੁਰਖ ਪਰਮਾਤਮਾ ਦੇ ਸਾਨੂੰ ਦਰਸ਼ਨ ਹੋ ਸਕਦੇ ਹੈ। ਟਾਈਮ ਹੋ ਗਿਆ ਹੈ ਸਮਾਪਤੀ ਦਾ। ਇਹ ਰੂਹਾਨੀ ਵਿਚਾਰ ਆਪਣੇ ਜੀਵਨ ਵਿੱਚ ਆਪਾਂ ਧਾਰਾਂਗੇ ਨਾ ਗੁਰੂ ਪਾਤਸ਼ਾਹ ਦੀ, ਤਾਂ ਗੁਰਮੁਖੋ ਸਾਡੇ ਤੇ ਮਿਹਰ ਹੋਵੇਗੀ। ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰ।